ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਮਨਦੀਪ ਕੌਰ ਅਤੇ ਅੱਜ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈ ਹਾਂ ਜਿਹੜੀ ਕਿ ਮੈਂ ਇਸ ਪਰਪਸ ਨਾਲ ਤਿਆਰ ਕੀਤੀ ਹੈ ਕਿ ਆਪਾਂ ਬੇਸਿਕ ਲੈਵਲ ਤੋਂ ਜਾਂ ਬੇਸ ਜਿਹੜਾ ਅੰਗਰੇਜ਼ੀ ਦਾ ਉਹਨੂੰ ਕਿੱਦਾਂ ਆਪਾਂ ਸਿੱਖ ਸਕਦੇ ਹਾਂ। क्योंकि मेरे 7+ ਈਅਰਸ ਟੀਚਿੰਗ ਐਕਸਪੀਰੀਅੰਸ ਦੇ ਵਿੱਚ ਮੈਂ ਜੋ ਓਬਜ਼ਰਵ ਕੀਤਾ ਹੈ ਕਿ ਕੁਛ ਇਸ ਤਰ੍ਹਾਂ ਦੇ ਲੋਕ ਹਨ ਜਾਂ ਲਰਨਰ ਹਨ ਜੋ ਕਿ ਅੰਗਰੇਜ਼ੀ ਨੂੰ ਸਿੱਖਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਉਹ ਚੀਜ਼ ਦੀ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਕਿ ਆਪਾਂ ਜਦ ਕਿਸੇ ਭਾਸ਼ਾ ਨੂੰ ਸਿੱਖਣਾ ਹੈ ਤਾਂ ਉਹਦੀ ਸ਼ੁਰੂਆਤ ਕਿੱਦਾਂ ਕਰਨੀ ਹੈ। ਇੱਕਦਮ ਵਰਡ ਬਣਾਉਣੇ ਜਾਂ ਇਹ ਚੀਜ਼ਾਂ ਕੋਸ਼ਿਸ਼ ਬੰਦਾ ਕਰਦਾ ਹੈ, ਪਰ ਉਹ ਕਿਤੇ ਨਾ ਕਿਤੇ ਜਿਹੜਾ ਬੇਸਿਕ ਸਟਰਕਚਰ ਹੁੰਦਾ ਕਿਸੇ ਭਾਸ਼ਾ ਨੂੰ ਸਿੱਖਣ ਦਾ ਉਹ ਆਉਣਾ ਬਹੁਤ ਜ਼ਰੂਰੀ ਹੈ। ਸੋ ਮੇਰੀ ਇਹ ਵੀਡੀਓ ਉਸੇ ਚੀਜ਼ 'ਤੇ ਆਧਾਰਿਤ ਹੈ ਕਿ ਇੱਕ ਭਾਸ਼ਾ ਨੂੰ ਸਿੱਖਣ ਲਈ, ਚਾਹੇ ਉਹ ਕੋਈ ਵੀ ਭਾਸ਼ਾ ਹੈ, ਪੰਜਾਬੀ ਹੈ, ਅੰਗਰੇਜ਼ੀ ਹੈ, ਹਿੰਦੀ ਹੈ, ਕੋਈ ਵੀ ਭਾਸ਼ਾ ਹੈ ਜਿਹਨੂੰ ਆਪਾਂ ਨੇ ਸਿੱਖਣਾ ਹੈ ਅਤੇ ਉਹਦੇ ਇੱਕ ਮੂਲਭੂਤ ਜਿਹੜਾ ਢਾਂਚਾ ਹੁੰਦਾ ਹੈ ਉਹਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸੋ ਅੱਜ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈ ਹਾਂ ਜਿਸ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਦੇ ਲਈ ਜਿਹੜਾ ਮੂਲਭੂਤ ਢਾਂਚਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਅਵਗਤ ਕਰਾਵਾਂਗੀ ਅਤੇ ਨਾਲ ਦੀ ਨਾਲ ਸੈਂਟੈਂਸ ਫੋਰਮੇਸ਼ਨ ਦੀ ਜਾਣਕਾਰੀ ਦੇਵਾਂਗੀ। ਸੋ ਇਹ ਮੇਰੇ ਪਹਿਲੀ ਵੀਡੀਓ ਹੈ ਜਿਸ ਦਾ ਟਾਈਟਲ ਹੈ ਅੰਗਰੇਜ਼ੀ ਸਿੱਖੋ ਭਾਗ 1। ਸੋ ਆਓ ਆਪਾਂ ਸਟਾਰਟ ਕਰਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਦਾ ਜਿਹੜਾ ਮੂਲਭੂਤ ਢਾਂਚਾ ਹੈ ਉਹ ਕੀ ਹੁੰਦਾ ਹੈ ਅਤੇ ਉਹਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ। ਹਾਂਜੀ, ਸੋ ਮੈਂ ਜਿਹੜੀ ਇਹ ਵੀਡੀਓ ਤਿਆਰ ਕੀਤੀ ਹੈ ਇਹ ਮੈਂ ਇਸ ਤਰੀਕੇ ਨਾਲ ਤਿਆਰ ਕੀਤੀ ਹੈ ਕਿ ਜਦ ਕਿਸੇ ਨੇ ਭਾਸ਼ਾ ਸਿੱਖਣੀ ਹੈ ਅਤੇ ਉਹਨੂੰ ਬੜੇ ਫਾਰਮਲ ਲੈਵਲ ਤੋਂ ਨਹੀਂ, ਜਦ ਕਿ ਉਹਨੂੰ ਕੈਜੂਅਲੀ ਆਪਾਂ ਸਧਾਰਨ ਚੀਜ਼ਾਂ ਨੂੰ ਲੈ ਕੇ, ਐਗਜ਼ਾਮਪਲ ਲੈ ਕੇ ਆਪਾਂ ਨੂੰ ਅਗਰ ਚੀਜ਼ਾਂ ਨੂੰ ਸਮਝਾਇਆ ਜਾਏ ਤਾਂ ਉਹ ਬੈਟਰ ਅੰਡਰਸਟੈਂਡਿੰਗ ਰੱਖਦੀਆਂ ਨੇ ਲੋਕਾਂ ਦੇ, ਲਰਨਰ ਦੇ ਬ੍ਰੇਨ ਦੇ ਵਿੱਚ। ਸੋ ਆਪਾਂ ਗੱਲ ਕਰਦੇ ਹਾਂ ਅੰਗਰੇਜ਼ੀ ਭਾਸ਼ਾ ਦਾ ਮੁੱਖ ਢਾਂਚਾ। ਅੰਗਰੇਜ਼ੀ ਭਾਸ਼ਾ ਦਾ ਮੁੱਖ ਢਾਂਚਾ ਕੀ ਹੁੰਦਾ ਹੈ? ਸੋ ਇੱਥੇ ਗੱਲ ਇਹ ਹੈ ਕਿ ਜਦ ਆਪਾਂ ਕੋਈ ਵੀ ਚੀਜ਼ ਹੈ, ਅਗਰ ਆਪਾਂ ਨੇ ਕੋਈ ਬਿਲਡਿੰਗ ਵੀ ਪ੍ਰੀਪੇਅਰ ਕਰਨੀ ਹੈ, ਤਿਆਰ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ? ਢਾਂਚੇ ਦੀ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਦੇ ਵਿੱਚ ਸੀਮੈਂਟ, ਰੇਤਾ, ਬਜਰੀ, ਇੱਟਾਂ ਇਹ ਸਭ ਸ਼ਾਮਿਲ ਕੀਤੀਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤਿਆਰ ਕਰਨ ਵਾਸਤੇ ਢਾਂਚਾ ਖੜ੍ਹਾ ਕੀਤਾ ਜਾਂਦਾ ਹੈ, ਸਰੀਏ ਨੂੰ ਗੱਡਿਆ ਜਾਂਦਾ ਹੈ ਜਾਂ ਹੋਰ ਚੀਜ਼ਾਂ ਮਟੀਰੀਅਲ ਨੂੰ ਗੱਡਿਆ ਜਾਂਦਾ ਹੈ। ਸੋ ਉਸੇ ਤਰ੍ਹਾਂ ਇੱਥੇ ਮੈਂ ਇੱਕ ਆਪਣੇ ਕਾਮਨ ਜਿਹੜੀ ਡੇਲੀ ਲਾਈਫ ਦੀ ਚੀਜ਼ ਹੈ ਸਾਈਕਲ, ਉਹਦੇ ਐਗਜ਼ਾਮਪਲ ਦੇ ਨਾਲ ਤੁਹਾਨੂੰ ਦੱਸਾਂਗੀ ਕਿ ਜਦ ਅੰਗਰੇਜ਼ੀ ਭਾਸ਼ਾ ਨੂੰ ਸਿੱਖਣਾ ਹੈ ਅਤੇ ਇਹ 2 ਪਹੀਆਂ ਅਤੇ ਇੱਕ ਕਾਠੀ 'ਤੇ ਬੇਸ ਹੈ। ਠੀਕ ਹੈ ਜੀ। ਸੋ ਸਾਡਾ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਦੇ ਢਾਂਚੇ ਦੇ ਵਿੱਚ ਜਿਹੜਾ ਪਹਿਲਾ ਪਹੀਆ ਹੈਗਾ ਉਹ ਹੈਗਾ ਹੈ ਸਬਜੈਕਟ, ਜਿਹਨੂੰ ਆਪਾਂ ਕਿ ਪੰਜਾਬੀ ਦੇ ਵਿੱਚ ਕਰਤਾ ਆਖਦੇ ਹਾਂ। ਕਰਤਾ ਮਤਲਬ ਜਿਹੜਾ ਕੰਮ ਕਰਨ ਵਾਲਾ ਹੁੰਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੀ ਹੈ ਗੱਲ ਜੀ, ਪਹਿਲੇ ਪਹੀਏ ਤੋਂ ਬਾਅਦ ਜਿਹੜਾ ਅੰਗਰੇਜ਼ੀ ਭਾਸ਼ਾ ਨੂੰ ਚਲਾਉਣ ਵਿੱਚ ਸਹਾਇਕ ਹੁੰਦਾ ਹੈ ਉਹ ਹੈਗੀ ਹੈ ਸਾਡੀ ਕਾਠੀ ਅਤੇ ਹੈਂਡਲ ਵਾਲਾ ਜਿਹੜਾ ਹਿੱਸਾ ਹੈ ਉਹਨੂੰ ਕਹਿੰਦੇ ਹਾਂ ਆਪਾਂ ਵਰਬ। ਠੀਕ ਹੈ ਜੀ। ਜਿਹਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਿਰਿਆ ਕਰਨਾ, ਕੋਈ ਕੰਮ ਕਰਨਾ, ਕੋਈ ਕਿੱਤਾ ਕਰਨਾ। ਠੀਕ ਹੈ ਜੀ। ਅਤੇ ਲਾਸਟ ਬਟ ਨਾਟ ਦ ਲੀਸਟ ਜਿਹੜੀ ਪਾਰਟ ਹੁੰਦੀ ਹੈ, ਜਿਹੜੇ ਮੂਲ ਢਾਂਚਾ ਹੁੰਦਾ ਹੈ ਕਿਸੇ ਵੀ ਭਾਸ਼ਾ ਦਾ, ਮੰਨ ਕੇ ਚੱਲੀਏ, ਉਹ ਹੁੰਦਾ ਓਬਜੈਕਟ, ਜਿਹੜਾ ਕਿ ਕੰਮ ਕਰਨ ਵਾਲੇ ਦੇ ਬਾਰੇ ਸਾਨੂੰ ਦੱਸਦਾ ਹੈ ਕਿ ਕੰਮ ਕਰਨ ਵਾਲਾ ਕੀ ਕਰ ਰਿਹਾ ਹੈ, ਉਹ ਕੀ ਹੈ, ਇਹ ਕੀ ਹੈ ਦਾ ਉੱਤਰ ਦਿੰਦਾ ਹੈ। ਇਹ ਮੈਂ ਤੁਹਾਨੂੰ ਮੂਲ ਢਾਂਚਾ ਦੱਸਿਆ ਹੈ, ਪਰ ਮੈਂ ਇਹਨਾਂ ਦੀ ਐਕਸਪਲੈਨੇਸ਼ਨ ਅੱਗੇ ਸਲਾਈਡਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਾਂਗੀ। ਠੀਕ ਹੈ ਜੀ। ਸੋ ਅੰਗਰੇਜ਼ੀ ਭਾਸ਼ਾ ਦਾ ਮੁੱਖ ਢਾਂਚਾ ਕੀ ਹੈ? ਸਬਜੈਕਟ, ਵਰਬ ਅਤੇ ਓਬਜੈਕਟ। ਹੁਣ ਆਪਾਂ ਸਭ ਤੋਂ ਪਹਿਲਾਂ ਪਹਿਲੇ ਪਹੀਏ ਦੀ ਗੱਲ ਕਰਦੇ ਹਾਂ ਜਿਹੜਾ ਕੀ ਹੈ
ਸਬਜੈਕਟ। ਆਓ ਚੱਲਦੇ ਹਾਂ ਨੈਕਸਟ ਸਲਾਈਡ ਵੱਲ। ਸੋ ਪਹਿਲਾ ਪਹੀਆ ਸਾਡੇ ਕੋਲ ਸਾਈਕਲ ਦਾ ਸੀਗਾ ਸਬਜੈਕਟ। ਹੁਣ ਮੈਂ ਤੁਹਾਨੂੰ ਦੱਸਿਆ ਸਬਜੈਕਟ ਦਾ ਮਤਲਬ ਕਰਤਾ, ਯਾਨੀ ਕਿ ਕੰਮ ਕਰਨ ਵਾਲਾ। ਇਹ ਕਿਹੜੀ ਚੀਜ਼ ਦਾ ਸਾਨੂੰ ਉੱਤਰ ਦਿੰਦਾ ਹੈ ਕਿ ਕੌਣ, ਹੂ, ਜਿਹਨੂੰ ਆਪਾਂ ਅੰਗਰੇਜ਼ੀ ਭਾਸ਼ਾ 'ਚ ਕਹਿੰਦੇ ਹਾਂ ਹੂ, ਕੌਣ। ਠੀਕ ਹੈ ਜੀ, ਕੰਮ ਕਰਨ ਵਾਲਾ ਕੌਣ, ਜੋ ਕੰਮ ਕਰਦਾ ਹੈ ਉਹ ਹੁੰਦਾ ਹੈ ਸਬਜੈਕਟ। ਕਿਹਦਾ ਆਨਸਰ ਕਰਦਾ ਹੈ? ਕੌਣ ਦਾ। ਠੀਕ ਹੈ ਜੀ, ਸਬਜੈਕਟ ਕੋਈ ਕੰਮ ਕਰਨ ਵਾਲਾ, ਜੋ ਕੋਈ ਕੰਮ ਕਰਦਾ ਹੈ। ਆਪਾਂ ਇਹ ਉਦਾਹਰਣ ਲਈਏ, ਮੇਰੇ ਕੋਲ ਇੱਥੇ 4 ਉਦਾਹਰਣ ਹੈਗੇ ਨੇ। ਪਹਿਲਾ ਹੈਗਾ ਜੀ, ਮੈਂ ਕਿਤਾਬ ਲਿਖਦੀ ਹਾਂ। ਹੁਣ ਕਿਤਾਬ ਲਿਖਦਾ ਕੌਣ ਹੈ? ਮੈਂ। ਦੂਜਾ ਐਗਜ਼ਾਮਪਲ ਸਾਡੇ ਕੋਲ ਹੈਗਾ ਹੈ, ਤੁਸੀਂ ਪਾਰਕ ਵਿੱਚ ਤੁਰਦੇ ਹੋ। ਤੁਸੀਂ ਪਾਰਕ ਵਿੱਚ ਤੁਰਦੇ ਹੋ ਆਪਣੇ ਆਪ ਦੇ ਵਿੱਚ ਕੋਈ ਸੈਂਟੈਂਸ ਨਹੀਂ ਹੈ ਜਦ ਤੱਕ ਉਹਦੇ ਨਾਲ ਕੋਈ ਅਗਲਾ ਪਹੀਆ ਯਾਨੀ ਕਿ ਕੋਈ ਕੰਮ ਕਰਨ ਵਾਲਾ ਨਹੀਂ ਜੁੜੇਗਾ। ਸੋ ਇੱਥੇ ਸਬਜੈਕਟ ਕੌਣ ਹੈ? ਤੁਸੀਂ। ਨੂਰ ਸੜਕ 'ਤੇ ਦੌੜਦੀ ਹੈ। ਨੂਰ ਕੌਣ ਹੈ? ਕੰਮ ਕਰਨ ਵਾਲੀ, ਦੌੜਨ ਵਾਲੀ, ਉਹਦਾ ਨਾਮ ਕੀ ਹੈ? ਨੂਰ। ਉਹ ਕੀ ਹੈ? ਇੱਕ ਸਬਜੈਕਟ। ਮਨਿੰਦਰ ਗੱਡੀ ਚਲਾਉਂਦਾ ਹੈ। ਮਨਿੰਦਰ ਕੀ ਹੈ? ਕੰਮ ਕਰਦਾ ਹੈ। ਗੱਡੀ ਕੌਣ ਚਲਾਉਂਦਾ ਹੈ? ਕਾਹਦਾ ਉੱਤਰ ਆ ਰਿਹਾ ਹੈ? ਮਨਿੰਦਰ। ਠੀਕ ਹੈ ਜੀ, ਸੋ 1 2 3 ਤੇ 4 ਇਹ ਸਾਰੇ ਦੇ ਸਾਰੇ ਸਾਡੇ ਕੋਲ ਕੀ ਹੈਗੇ ਨੇ? ਸਬਜੈਕਟ, ਯਾਨੀ ਕਿ ਕੰਮ ਕਰਨ ਵਾਲੇ ਸਬਜੈਕਟਸ ਨੇ ਸਾਰੇ। ਠੀਕ ਹੈ ਜੀ, ਐਸੇ ਲਾ ਰਹੇ ਹਾਂ ਪਲੂਰਲ ਕਿਉਂਕਿ 4 ਦੀ ਗੱਲ ਕਰ ਰਹੀ ਹਾਂ ਮੈਂ ਇੱਥੇ। ਠੀਕ ਹੈ ਜੀ, ਸੋ ਆਈ ਹੋਪ ਕਿ ਪਹਿਲਾ ਪਹੀਆ ਤੁਹਾਨੂੰ ਇਸ ਸਲਾਈਡ ਦੇ ਵਿੱਚ ਸਮਝ ਆ ਗਿਆ ਹੋਏਗਾ। ਸਭ ਤੋਂ ਪਹਿਲਾ ਸਟਰਕਚਰ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਨ ਵਾਲਾ ਪਹੀਆ ਸਬਜੈਕਟ, ਕੰਮ ਕਰਨ ਵਾਲਾ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। ਨੈਕਸਟ ਸਲਾਈਡ ਜਿਹੜੀ ਕੀ ਹੈਗੀ ਹੈ, ਦੂਜੀ ਕਾਠੀ ਦੇ ਬਾਰੇ ਸਾਨੂੰ ਦੱਸੇਗੀ, ਦੂਜੇ ਪਾਰਟ ਦੇ ਬਾਰੇ ਦੱਸੇਗੀ ਸਾਈਕਲ ਦੇ, ਜਿਹਨੂੰ ਆਪਾਂ ਕਹਿੰਦੇ ਹਾਂ ਵਰਬ। ਕਾਠੀ ਵਰਬ। ਵਰਬ ਕੀ ਹੁੰਦਾ ਹੈ? ਕਿਰਿਆ। ਕਿਰਿਆ ਕਿੱਤੇ ਜਾਂ ਕੰਮ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਰ ਆਪਾਂ ਆਪਣੀ ਡੇਲੀ ਲਾਈਫ ਦੇ ਬਾਰੇ ਗੱਲ ਕਰੀਏ ਤਾਂ ਅਸੀਂ ਵਰਬ ਹੀ ਕਰਦੇ ਹਾਂ, ਅਸੀਂ ਕਿਰਿਆਵਾਂ ਹੀ ਕਰਦੇ ਹਾਂ। ਭਾਵੇਂ ਉਹ ਉੱਠਣਾ ਹੋਵੇ, ਵਾਕ ਤੁਰਨਾ ਹੋਵੇ, ਰਨ ਦੌੜਨਾ ਹੋਵੇ, ਪਲੇ ਖੇਡਣਾ ਹੋਵੇ, ਰੀਡ ਪੜ੍ਹਨਾ ਹੋਵੇ, ਰਾਈਟ ਲਿਖਣਾ ਹੋਵੇ, ਜੰਪ ਕੁੱਦਣਾ ਹੋਵੇ, ਟਾਕ ਗੱਲਾਂ ਕਰਨਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਵਰਬਸ। ਠੀਕ ਹੈ ਜੀ, ਸਾਰੀਆਂ ਦਿਨ ਤੋਂ ਲੈ ਕੇ, ਸਵੇਰ ਤੋਂ ਲੈ ਕੇ ਰਾਤ ਦੇ ਸੌਣ ਤੱਕ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਨੇ ਉਹ ਵਰਬ ਅਖਵਾਉਂਦੀਆਂ ਨੇ। ਇਹਨਾਂ ਦਾ ਇੰਗਲਿਸ਼ ਲੈਂਗੁਏਜ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਹੈ, ਕਿਉਂਕਿ ਅਗਰ ਅਸੀਂ ਇੰਗਲਿਸ਼ ਬਣਾਉਣਾ ਚਾਹੁੰਦੇ ਹਾਂ ਪਰ ਸਾਨੂੰ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦਾ ਮੀਨਿੰਗ ਹੀ ਇੰਗਲਿਸ਼ 'ਚ ਨਹੀਂ ਪਤਾ ਹੋਏਗਾ ਅਤੇ ਅਸੀਂ ਉਹ ਸੈਂਟੈਂਸ ਨਹੀਂ ਬਣਾ ਸਕਾਂਗੇ। ਸੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਨਾਲ ਦੇ ਨਾਲ ਤੁਹਾਨੂੰ ਹਰ ਆਪਣੀ ਸਲਾਈਡ ਦੇ ਵਿੱਚ 10 ਤੋਂ 15 ਵਰਬਸ ਵੀ ਜ਼ਰੂਰ ਦੱਸਾਂਗੀ ਤਾਂ ਕਿ ਆਪਾਂ ਉਹਨਾਂ ਦੀ ਵੀ ਪ੍ਰੈਕਟਿਸ ਕਰ ਸਕੀਏ। ਸੋ ਦੂਜਾ ਪਾਰਟ ਸਾਡਾ ਹੋ ਗਿਆ ਢਾਂਚੇ ਦਾ ਵਰਬ, ਕਿ ਉਹ ਇੱਕ ਹੋਣੀ ਜ਼ਰੂਰੀ ਹੈ ਜਦ ਆਪਾਂ ਸੈਂਟੈਂਸ ਬਣਾਉਣਾ ਹੈ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਨੈਕਸਟ ਸਲਾਈਡ ਵੱਲ, ਜਿਹਦੇ ਵਿੱਚ ਕਿ ਆਪਣਾ ਤੀਜਾ ਪਾਰਟ ਆਉਂਦਾ ਹੈ ਸੈਂਟੈਂਸ ਫਾਰਮੇਸ਼ਨ ਦਾ, ਅਤੇ ਉਹ ਹੈਗਾ ਦੂਜਾ ਪਹੀਆ ਸਾਈਕਲ ਦਾ, ਜਿਹੜਾ ਕੀ ਹੈਗਾ ਓਬਜੈਕਟ। ਓਬਜੈਕਟ ਨੂੰ ਆਪਾਂ ਯੂਜ਼ਲੀ ਕੀ ਕਹਿੰਦੇ ਹਾਂ ਕਿ ਕੋਈ ਚੀਜ਼ ਹੋਏ, ਹੈ ਨਾ, ਉਹਨੂੰ ਡਿਫਾਈਨ ਕੀਤਾ ਜਾਂਦਾ ਹੈ ਓਬਜੈਕਟ ਦਾ। ਪਰ ਸੈਂਟੈਂਸ ਫਾਰਮੇਸ਼ਨ ਦੇ ਵਿੱਚ ਓਬਜੈਕਟ ਕਿਸ ਚੀਜ਼ ਦਾ ਉੱਤਰ ਦਿੰਦਾ ਹੈ? ਇਹ ਆਨਸਰ ਦਾ ਕੁਐਸਚਨ ਕਿ ਕੀ ਹੈ, ਕਿ ਸਬਜੈਕਟ ਜਿਹੜਾ ਹੈ ਉਹ ਕੀ ਹੈ ਜਾਂ ਉਹ ਸਬਜੈਕਟ ਦੇ ਨਾਲ ਕਿੱਦਾਂ ਸੰਬੰਧਿਤ ਹੈ, ਕਰਤਾ ਨਾਲ ਜਾਂ ਸਬਜੈਕਟ ਦੇ ਨਾਲ
ऑब्जेक्ट संबंधित होंदा है। ठीक है, ये तुहानूं ये सेंटेंस दे जरिए या इस एग्जाम्पल के जरिए तुहानूं क्लीयर हो जाएगा कि ऑब्जेक्ट का रोल की हुंदा या ऑब्जेक्ट की हुंदा एक सबजैक्ट दे एक सेंटेंस दे विच, माफ़ करना। सो ये हैगा एग्जाम्पल, सिमरन सैंडविच खांदी है। हुण सानूं पता है सिमरन की है, काम करन वाला है, जिहड़ा कि हू दा आंसर सानूं दे रहा कि कौन। सैंडविच खांदी है अपने आप विच कोई सेंटेंस नहीं। ठीक है, सैंडविच खांदी है पर कौन। सो आ साडे कोल की हैगी है, सबजैक्ट। सिमरन इज़ अ सबजैक्ट ही है, सिमरन एक सबजैक्ट है। तो हुण आपां ने पहला पहिए की गल कर ली सबजैक्ट, उस तो बाद असीं गल कीती सी कि काम की हो रहा है। सैंडविच का काम नहीं है कोई, काम की हो रहा इत्थे, खाना, खाना। ठीक है, सो खाना की है या खांदी है, ये की है, एक वर्ब हैगी है इत्थे। ठीक है, ये हैगी है वर्ब। ठीक है, ये साडा दूजा जिहड़ा जोड़ हैगा साइकिल का, काठी जिन्हों कहते हैं, वो भी साडे कोल आ गई। साडे कोल पहला पहिया भी आ गया, पर एक पहिए ते तां साइकिल चलना बहुत औखी गल है, वो तो डावाडोल हुंदा रहेगा। सो उस लई सानूं चाहीदा है तीजा पहिया, जिहड़ा कि हैगा ऑब्जैक्ट, जिहड़ा सानूं ये दसदा है, जिहड़ा कि सबजैक्ट दे नाल कोरिलेट कर रहा है, उहदा संबंध दस रहा है। सो सिमरन खांदी है, की खांदी है, काहदा उत्तर दे रही है, की खांदी है, सैंडविच। सो सिमरन सैंडविच खांदी है विच सिमरन साडा सबजैक्ट है, खाना साडी वर्ब है, ते सैंडविच जिहड़ा एक ऑब्जैक्ट का काम कर रहा है। ठीक है जी, ये हैगा जी साडा दूजा पहिया, जिहदा मैं तुहानूं इत्थे एक्सप्लेन किया है। हुण साडे को पूरे दे पूरे साइकिल की स्ट्रक्चर आ गई है, यानी कि इंग्लिश के मूल ढांचे की सानूं रूपरेखा पता चल गई है कि ये विच सानूं एक सबजैक्ट चाहिदा है, एक वर्ब चाहिदी है और एक ऑब्जैक्ट चाहिदा है। पर कई जगह ते ऑब्जैक्ट की जरूरत नहीं पैंदी, बट फिलहाल की घड़ी मैं तुहानूं बेसिक जिहड़ा स्ट्रक्चर हैगा उहदे बारे दस रही हाँ। ओके जी, इस तो बाद असीं चलदे हाँ नैक्सट। हुण आपां ने गल कर ली है, पर आपां ने हुण उहनूं इंप्लीमेंट किद्दां करना। जिद्दां मैं तुहानूं एग्जाम्पल दिते सी, पिछे इन्ने एग्जाम्पल दिते सी, सबजैक्ट के एग्जाम्पल दिते आ, उस तो बाद वर्ब्स के एग्जाम्पल दिते आ, उस तो बाद ऑब्जैक्ट के एग्जाम्पल दिते हैं। हुण उहनूं आपां ने अपना सारा कुछ आटा ऊटा गुन्न लिया है ना, जिद्दां आपां गल करिए पंजाबी च, है ना, आटा च पानी पा लिया। मान लो आपां ने कोई खाना बनाना है या रोटियां बनानियां, तो सब तो पहला आटा छान लिया, गुन्न लिया, उहदे विच पानी पा के उन्होंने अच्छी तरह गुन्न लिया। हुण अपना काम है रोटी बनाना। चलो आओ हुण आपां इत्थे रोटी बनाइए अंग्रेजी के स्ट्रक्चर की, यानी कि आपां अंग्रेजी के स्ट्रक्चर नूं सेंटेंस दे विच लागू करिए। ठीक है जी, सो इंप्लीमेंटिंग द बेसिक स्ट्रक्चर, इंप्लीमेंट मतलब लागू करना या वरतों करना। ठीक है, मुख ढांचे की वरतों आपां किद्दां करने आ। हुण आपां पिछला एग्जाम्पल ही ले लैंदे आ। आपां कहा सी सिमरन सैंडविच खांदी है, सो साडे कोल सिमरन की आ गई, सबजैक्ट। चलो जी, आपां ने लिख दिता सिमरन। उस तो बाद असी देखना फटाफट लभनी है वर्ब किहड़ी है, इहदे विच एक्टिविटी किहड़ी हुई है। सो सानू पता है खाना खांदी है एक वर्ब हैगी है। सो फटाफट सोच के कि खाण दी अंग्रेजी की हुंदी है, खाना मतलब ईट। सो सिमरन ईट्स, ये साडी आ गई वर्ब। ठीक है जी, सिमरन ईट्स। हुण की खांदी है, की दा आंसर की आएगा कि सिमरन सबजैक्ट करन वाली की काम कर रही है, वो सैंडविच खांदी है। सो सैंडविच साडा की आ गया, ऑब्जैक्ट। ठीक है जी, सो सिमरन ईट्स सैंडविच। इत्थे हुण मैं सबजैक्ट वर्ब दे नाल एस दी वरतों कीती है। ये फिलहाल मैं इनू इदां ही लिख रही हाँ क्योंकि ग्रामैटिकली ये सेंटेंस ठीक है, बट ये क्यों इत्थे एस आया है तो इत्थे ईट क्यों नहीं आया, ये चीज़ का मैं तुहानूं एक्सप्लेनेशन जद असीं टेंसिस वल जावांगे, अगे डिफरेंट तरह के टेंसिस करांगे,
ਪੰਜਾਬੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ, ਫਿਰ ਮੈਂ ਤੁਹਾਨੂੰ ਇਹਦੀ ਐਕਸਪਲੇਨੇਸ਼ਨ ਦੇਵਾਂਗੀ। ਠੀਕ ਹੈ ਜੀ। ਸੋ ਇਹ ਸਾਡਾ ਬੇਸਿਕ ਸਟਰਕਚਰ ਕੰਪਲੀਟ ਹੋ ਗਿਆ। ਹੁਣ ਇੱਥੇ ਕਈ ਵਾਰੀ ਇਹ ਹੁੰਦਾ ਕਿ ਵਰਬ ਜਿਹੜੀ ਹੁੰਦੀ ਹੈ ਉਹ ਇੱਦਾਂ ਵਾਲੀ ਵਰਬ ਨਹੀਂ ਹੁੰਦੀ ਕਿ ਕਈ ਜਗ੍ਹਾ 'ਤੇ ਸਾਨੂੰ ਦੂਸਰੀਆਂ ਵਰਬਸ ਯੂਜ਼ ਕਰਨੀਆਂ ਪੈਂਦੀਆਂ ਨੇ। ਸੋ ਮੈਂ 2-3 ਸਲਾਈਡਸ 'ਚ ਇਹ ਵੀ ਐਕਸਪਲੇਨ ਤੁਹਾਨੂੰ ਕਰਨ ਦੀ ਕੋਸ਼ਿਸ਼ ਇੱਥੇ ਕਰ ਰਹੀ ਹਾਂ ਕਿ ਸੈਂਟੈਂਸ ਫੋਰਮੇਸ਼ਨ ਦੇ ਵਿੱਚ ਕਈ ਵਾਰੀ ਵਰਬਸ ਦੀਆਂ ਅਲੱਗ ਟਾਈਪ ਯੂਜ਼ ਕਰਨੀਆਂ ਪੈਂਦੀਆਂ ਨੇ। ਸੋ ਹੁਣ ਮੈਂ ਅੱਗੇ ਤੁਹਾਨੂੰ ਵਰਬਸ ਦੀਆਂ ਕੈਟੇਗਰੀਜ਼ ਬਾਰੇ ਦੱਸ ਰਹੀ ਹਾਂ ਕਿ ਵਰਬ ਕਿੱਦਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀਆਂ ਨੇ ਐਕਸ਼ਨ ਵਰਬ ਅਤੇ ਇੱਕ ਹੁੰਦੀਆਂ ਨੇ ਨੋਨ ਐਕਸ਼ਨ ਵਰਬ। ਸੋ ਆਈਏ ਅੱਗੇ ਚੱਲਦੇ ਹਾਂ ਅਤੇ ਤੁਹਾਨੂੰ ਮੈਂ ਐਕਸਪਲੇਨ ਕਰਦੀ ਹਾਂ ਨੈਕਸਟ ਟਾਈਪਸ ਆਫ ਵਰਬ। ਵਰਬ ਦੇ ਟਾਈਪਸ, ਵਰਬ ਦੋ ਤਰ੍ਹਾਂ ਦੀਆਂ, ਮੂਲ ਰੂਪ 'ਚ ਦੋ ਤਰ੍ਹਾਂ ਦੀਆਂ ਵਰਬਸ ਹੁੰਦੀਆਂ ਨੇ। ਇੱਕ ਹੁੰਦੀ ਹੈ ਨੋਨ ਐਕਸ਼ਨ ਵਰਬ, ਮਾਫ ਕਰਨਾ ਸਲਾਈਡ ਅੱਗੇ ਹੋਊਗੀ। ਇੱਕ ਹੁੰਦੀ ਹੈ ਨੋਨ ਐਕਸ਼ਨ ਵਰਬ ਅਤੇ ਇੱਕ ਹੁੰਦੀ ਹੈ ਐਕਸ਼ਨ ਵਰਬਸ। ਠੀਕ ਹੈ ਜੀ। ਕਿਰਿਆਵਾਂ ਨੂੰ ਅੱਗੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਦੋ ਵਰਗਾਂ ਵਿੱਚ ਕੈਟੇਗਰਾਈਜ਼ ਕੀਤਾ ਗਿਆ ਹੈ। ਨੋਨ ਐਕਸ਼ਨ ਵਰਬ, ਜਿੱਦਾਂ ਕਿ ਤੁਹਾਨੂੰ ਨੋਨ ਤੋਂ ਪਤਾ ਚੱਲ ਰਿਹਾ, ਨੋਨ ਐਕਸ਼ਨ ਮਤਲਬ ਕੋਈ ਕੀਤਾ, ਕੋਈ ਕੰਮ, ਕੋਈ ਕਿਰਿਆ, ਅਤੇ ਨੋਨ ਦਾ ਮਤਲਬ ਕਿ ਕੋਈ ਕੰਮ ਨਹੀਂ ਹੁੰਦਾ। ਸੋ ਜਿਹੜੀਆਂ ਨੋਨ ਐਕਸ਼ਨ ਵਰਬਸ ਨੇ ਉਹਨਾਂ ਵਿੱਚ ਕੋਈ ਕੰਮ ਨਹੀਂ ਹੁੰਦਾ, ਸਿਰਫ ਐਕਸਪਲੇਨ ਕੀਤਾ ਜਾਂਦਾ ਹੈ ਸਬਜੈਕਟ ਦੇ ਬਾਰੇ ਕਿ ਉਹ ਕੌਣ ਹੈ, ਕੀ ਹੈ, ਕਿੱਦਾਂ ਦਾ ਹੈ। ਠੀਕ ਹੈ। ਉਹ ਮੈਂ ਅੱਗੇ ਤੁਹਾਨੂੰ ਅਗਲੀ ਸਲਾਈਡ ਦੇ ਵਿੱਚ ਉਹਦੀ ਸੈਂਟੈਂਸ ਫੋਰਮੇਸ਼ਨ ਦੇ ਵਿੱਚ ਨੋਨ ਐਕਸ਼ਨ ਵਰਬ ਨੂੰ ਕਿੱਦਾਂ ਯੂਜ਼ ਕਰਨਾ ਹੈ ਉਹ ਐਕਸਪਲੇਨ ਕਰਾਂਗੀ। ਸੋ ਨੋਨ ਐਕਸ਼ਨ ਵਰਬ ਸਾਡੇ ਕੋਲ ਕਿਹੜੇ ਐਗਜ਼ਾਮਪਲ ਨੇ? ਇਜ਼, ਐਮ, ਆਰ, ਮਾਫ ਕਰਨਾ ਪ੍ਰਿੰਟਿੰਗ ਐਰਰ ਕਰਕੇ, ਟਾਈਪਿੰਗ ਐਰਰ ਕਰਕੇ 4 ਆ ਗਿਆ ਹੈ। ਸੋ ਇਜ਼, ਐਮ, ਆਰ, ਵਾਜ਼, ਵਰ, ਇੱਦਾਂ ਦੀ ਜਿਹੜੀਆਂ ਸਾਡੀਆਂ ਹੈਲਪਿੰਗ ਵਰਬਸ ਹੁੰਦੀਆਂ ਨੇ ਇਹਨਾਂ ਨੂੰ ਬੇਸਿਕਲੀ ਕੀ ਕਿਹਾ ਜਾਂਦਾ ਹੈ? ਹੈਲਪਿੰਗ ਵਰਬਸ, ਸਹਾਇਕ ਕਿਰਿਆਵਾਂ, ਹੈਲਪਿੰਗ ਵਰਬਸ। ਠੀਕ ਹੈ। ਜਿਹੜੀਆਂ ਨੋਨ ਐਕਸ਼ਨ ਵਰਬਸ ਹੁੰਦੀਆਂ ਨੇ ਬੇਸਿਕਲੀ ਹੈਲਪਿੰਗ ਵਰਬਸ ਹੁੰਦੀਆਂ ਨੇ, ਇਹ ਸਹਾਇਕ ਹੁੰਦੀਆਂ ਨੇ। ਹੁਣ ਇਹ ਹੈਲਪਿੰਗ ਵਰਬਸ, ਸਹਾਇਕ ਵਰਬ ਕਿਵੇਂ ਹੁੰਦੀਆਂ ਨੇ? ਆਪਾਂ ਡੇਲੀ ਲਾਈਫ 'ਚ, ਮੈਂ ਖਾਣੇ ਪੀਣੇ ਦੀ ਗੱਲ ਕੁਛ ਜ਼ਿਆਦਾ ਕਰ ਰਹੀ ਹਾਂ, ਬਟ ਜਦ ਆਪਾਂ ਸਮੋਸਾ ਸਾਰਿਆਂ ਨੂੰ ਬਹੁਤ ਪਸੰਦ ਹੁੰਦਾ ਹੈ ਨਾ, ਪਰ ਜੇ ਸਮੋਸੇ ਦੇ ਨਾਲ ਉਹਦੀ ਸਹਾਇਕ ਚੀਜ਼ ਚਟਨੀ ਨਾ ਹੋਵੇ ਤਾਂ ਸਮੋਸੇ ਦਾ ਸਵਾਦ ਉਹ ਨਹੀਂ ਆਉਂਦਾ। ਸੋ ਉਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਇਹ ਵੀ ਵਰਬਸ ਜਿਹੜੀਆਂ ਹੈਲਪਿੰਗ ਵਰਬਸ ਇਹ ਚਟਨੀ ਦਾ ਹੀ ਕੰਮ ਕਰਦੀਆਂ ਨੇ। ਠੀਕ ਹੈ ਜੀ। ਹੁਣ ਦੂਜੀ ਤਰਫ ਆ ਜਾਂਦੀਆਂ ਐਕਸ਼ਨ ਵਰਬਸ। ਐਕਸ਼ਨ ਵਰਬਸ ਕਿਹੜੀਆਂ ਹੁੰਦੀਆਂ? ਜਿਨ੍ਹਾਂ ਵਿੱਚ ਕਿ ਵਰਬ ਕੋਈ ਨਾ ਕੋਈ ਕਿਰਿਆ ਹੁੰਦੀ ਹੈ, ਕੋਈ ਨਾ ਕੋਈ ਕਿਰਿਆ ਕੀਤੀ ਜਾਂਦੀ ਹੈ ਜਾਂ ਕੋਈ ਨਾ ਕੋਈ ਕੰਮ ਕੀਤਾ ਜਾਂਦਾ ਹੈ। ਠੀਕ ਹੈ। ਕੋਈ ਨਾ ਕੋਈ ਐਕਸ਼ਨ ਹੋ ਰਿਹਾ ਹੁੰਦਾ ਹੈ, ਜਿੱਦਾਂ ਟਾਕ ਗੱਲਾਂ ਕਰਨਾ, ਵਾਕ ਤੁਰਨਾ, ਰਾਈਟ ਲਿਖਣਾ, ਲਾਈਕ ਪਸੰਦ ਕਰਨਾ, ਜਾਂ ਹੋਰ ਇੱਦਾਂ ਦੇ ਜਿੰਨੇ ਵੀ ਸਾਡੇ ਡੇਲੀ ਯੂਜ਼ 'ਚ ਅਸੀਂ ਕੰਮ ਕਰਦੇ ਹਾਂ ਡੇਲੀ ਲਾਈਫ 'ਚ, ਉਹ ਸਾਰੇ ਐਕਸ਼ਨ ਵਰਬਸ ਦੀ ਕੈਟੇਗਰੀ ਵਿੱਚ ਆਉਂਦੇ ਨੇ। ਆਈ ਹੋਪ ਤੁਹਾਨੂੰ ਵਰਬ ਦੇ ਟਾਈਪਸ ਦਾ ਪਤਾ ਚੱਲ ਗਿਆ ਹੋਵੇਗਾ, ਨੋਨ ਐਕਸ਼ਨ ਵਰਬਸ ਅਤੇ ਐਕਸ਼ਨ ਵਰਬਸ। ਹੁਣ ਆਪਾਂ ਗੱਲ ਕਰਦੇ ਹਾਂ ਕਿ ਨੋਨ ਐਕਸ਼ਨ ਵਰਬਸ ਨੂੰ ਜਦ ਆਪਾਂ ਇੱਕ ਸਟਰਕਚਰ ਦੀ ਫੋਰਮ ਦੇ ਵਿੱਚ, ਇੱਕ ਸੈਂਟੈਂਸ ਦੀ ਫੋਰਮ ਵਿੱਚ ਯੂਜ਼ ਕਰਨਾ ਹੈ ਅਤੇ ਉਹ ਕਿੱਦਾਂ ਕਰਨਾ ਹੈ। ਠੀਕ ਹੈ ਜੀ। ਨੋਨ ਐਕਸ਼ਨ ਵਰਬਸ ਤੁਹਾਨੂੰ ਆਲਰੇਡੀ ਐਕਸਪਲੇਨ ਕੀਤਾ ਗਿਆ ਹੈ ਕਿ ਇਹ ਹੈਲਪਿੰਗ ਵਰਬਸ ਹੁੰਦੀਆਂ ਨੇ, ਸਹਾਇਕ ਕਿਰਿਆਵਾਂ, ਜਿੱਦਾਂ ਕਿ ਸਮੋਸੇ ਦੇ ਨਾਲ ਚਟਨੀ। ਠੀਕ ਹੈ ਜੀ। ਸੋ ਇਹਨਾਂ ਵਿੱਚ ਕੋਈ ਕੰਮ ਨਹੀਂ ਹੁੰਦਾ, ਨੋਨ ਐਕਸ਼ਨ, ਕੋਈ ਕੰਮ ਨਹੀਂ ਹੁੰਦਾ, ਕੋਈ ਕੰਮ ਨਹੀਂ ਹੁੰਦਾ, ਸਿਰਫ ਕਿਸੇ ਦੇ ਬਾਰੇ ਦੱਸਿਆ ਜਾਂਦਾ ਹੈ, ਸਿਰਫ ਕਿਸੇ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ, ਕਹਿ ਸਕਦੇ ਹੋ, ਜਾਂ ਉਹਦੇ ਬਾਰੇ ਵਰਣਨ ਕੀਤਾ ਜਾਂਦਾ ਹੈ, ਪਰ ਕੋਈ ਕੰਮ ਨਹੀਂ ਹੁੰਦਾ। ਮੈਂ ਇੱਥੇ ਐਗਜ਼ਾਮਪਲ ਲੈ ਰਹੀ ਹਾਂ, ਪੰਜਾਬੀ 'ਚ ਆਪਾਂ ਗੱਲ ਕਰੀਏ ਤਾਂ ਸੁਖਮਨ ਇੱਕ ਮੁੰਡਾ ਹੈ। ਸੁਖਮਨ ਸਾਡੇ ਕੋਲ ਸਬਜੈਕਟ ਹੈਗਾ, ਕੰਮ ਕਿ ਕੌਣ ਹੈ, ਹੂ ਦਾ ਆਨਸਰ ਦੇਣ ਵਾਲਾ, ਇੱਕ ਮੁੰਡਾ ਹੈ। ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਐਸਾ ਕੋਈ ਵਾਕਿਆ ਨਜ਼ਰ ਆ ਰਿਹਾ ਜਾਂ ਐਸਾ ਕੋਈ ਸ਼ਬਦ ਨਜ਼ਰ ਆ ਰਿਹਾ ਜਿਹਦੇ ਵਿੱਚ ਕੋਈ ਕੰਮ ਹੋ ਰਿਹਾ ਹੈ ਇਸ ਸੈਂਟੈਂਸ ਵਿੱਚ? ਨਹੀਂ ਨਾ।
ਸੋ ਸੁਖਮਨ ਇੱਕ ਮੁੰਡਾ ਹੈ। ਇਹ ਇੱਕ ਆधा ਐਗਜ਼ਾਮਪਲ ਹੈ। ਇਹ ਨੋਨ ਐਕਸ਼ਨ ਸੈਂਟੈਂਸ ਹੈ। ਇਹ ਕੀ ਹੈਗਾ? ਇੱਕ ਨੋਨ ਐਕਸ਼ਨ ਸੈਂਟੈਂਸ। ਇਟਸ ਨੋਨ ਐਕਸ਼ਨ ਸੈਂਟੈਂਸ। ਠੀਕ ਹੈ ਜੀ, ਜਿਹਦੇ ਵਿੱਚ ਕੋਈ ਐਕਸ਼ਨ ਨਹੀਂ ਹੋ ਰਿਹਾ, ਕੋਈ ਵਰਬ ਕੰਮ ਨਹੀਂ ਕਰ ਰਹੀ, ਸੁਖਮਨ ਕੋਈ ਕੰਮ ਨਹੀਂ ਕਰ ਰਿਹਾ, ਬਟ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਮਨ ਕੀ ਹੈ, ਉਸ ਦੇ ਬਾਰੇ ਦੱਸਿਆ ਜਾ ਰਿਹਾ। ਸੋ ਇਹਦਾ ਨੋਨ ਐਕਸ਼ਨ ਵਰਬ ਸੈਂਟੈਂਸ ਦਾ ਢਾਂਚਾ। ਇਹਨੂੰ ਆਪਾਂ ਸੈਂਟੈਂਸ ਨੂੰ ਕਿੱਦਾਂ ਬਣਾਉਣਾ ਹੈ, ਜਿਹੜਾ ਨੋਨ ਐਕਸ਼ਨ ਸੈਂਟੈਂਸ ਹੈ ਉਹਨੂੰ ਆਪਾਂ ਨੇ ਕਿੱਦਾਂ ਇੰਗਲਿਸ਼ ਦੇ ਵਿੱਚ ਪਰੋਣਾ ਹੈ। ਆਓ ਇਹ ਸਟਰਕਚਰ ਦੇਖਦੇ ਹਾਂ। ਸੋ ਸੁਖਮਨ ਸਾਡੇ ਕੋਲ ਕੀ ਹੈਗਾ ਸੀ? ਅਗਰ ਆਪਾਂ ਉਪਰੋਕਤ ਜਿਹੜਾ ਸਲਾਈਡ 'ਚ ਆਪਾਂ ਨੇ ਐਗਜ਼ਾਮਪਲ ਦੇਖਿਆ ਸੀ, ਸੁਖਮਨ ਇੱਕ ਸਬਜੈਕਟ ਹੈ, ਪਲੱਸ ਆਪਾਂ ਨੇ ਕੀ ਯੂਜ਼ ਕਰਨੀ ਹੈ ਹੁਣ? ਇੱਕ ਹੈਲਪਿੰਗ ਵਰਬ। ਠੀਕ ਹੈ ਜੀ, ਹੈਲਪਿੰਗ ਵਰਬ ਕੀ ਹੈਗੀ ਹੈ ਸਾਡੇ ਕੋਲ? ਤੇ ਆਬਜੈਕਟ। ਠੀਕ ਹੈ ਜੀ, ਸੋ ਸੁਖਮਨ ਸਬਜੈਕਟ ਆ ਗਿਆ, ਹੈਲਪਿੰਗ ਵਰਬ ਅਸੀਂ ਯੂਜ਼ ਕਰ ਰਹੇ ਹਾਂ ਇੱਥੇ ਇਜ਼। ਸੁਖਮਨ ਇਜ਼, ਇਹ ਸਾਡੀ ਹੈਗੀ ਹੈ ਇੱਕ H.V, ਯਾਨੀ ਕਿ ਹੈਲਪਿੰਗ ਵਰਬ, ਯਾਨੀ ਕਿ ਚਟਨੀ ਦਾ ਕੰਮ ਸਮੋਸੇ ਦੇ ਨਾਲ। ਸੁਖਮਨ ਇਜ਼ ਅ ਬॉय, ਇਹ ਸਾਡਾ ਹੋ ਗਿਆ ਆਬਜੈਕਟ। ਠੀਕ ਹੈ, ਕਿ ਉਹ ਕੌਣ ਹੈ, ਕੀ ਹੈ? ਉਹ ਮੁੰਡਾ ਹੈ। ਠੀਕ ਹੈ, ਜਾਂ ਮੈਂ ਕਹਾਂ ਮੈਂ ਇੱਕ ਕੁੜੀ ਹਾਂ, ਸੋ ਆਈ ਐਮ a girl, I'm a girl। ਠੀਕ ਹੈ, ਮੈਂ ਦੀ ਅੰਗਰੇਜ਼ੀ ਹੁੰਦੀ ਹੈ ਆਈ ਦੇ ਨਾਲ ਹਮੇਸ਼ਾ ਜਦੋਂ ਅਸੀਂ ਵਰਤਮਾਨ ਦੀ ਗੱਲ ਕਰੀਏ ਤਾਂ ਉਹਦੇ ਨਾਲ ਐਮ ਯੂਜ਼ ਹੁੰਦਾ ਹੈ। ਆਈ ਇਜ਼ ਕਦੇ ਵੀ ਨਹੀਂ ਹੁੰਦਾ, ਆਈ ਆਰ ਕਦੇ ਵੀ ਨਹੀਂ ਹੁੰਦਾ। ਸੋ ਆਈ ਐਮ ਅ ਗਰਲ। ਠੀਕ ਹੈ ਜੀ, ਅੱਗੇ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੌਲੀ ਹੌਲੀ ਇਜ਼, ਐਮ, ਆਰ, ਵਾਜ਼, ਵਰ ਕਿੱਥੇ ਯੂਜ਼ ਕਰਨਾ ਹੈ ਜਾਂ ਟੈਂਸਿਸ 'ਚ ਕਿਵੇਂ ਇਹਨਾਂ ਦੀ ਵਰਤੋਂ ਕਰਨੀ ਹੈ ਉਹ ਸਾਰਾ ਐਕਸਪਲੇਨ ਕਰਾਂਗੀ। ਸੋ ਨੋਨ ਐਕਸ਼ਨ ਵਰਬ ਦੇ ਵਿੱਚ ਆਪਾਂ ਨੇ ਕਿੱਦਾਂ ਯੂਜ਼ ਕਰਨਾ ਹੈ ਸੈਂਟੈਂਸ ਸਟਰਕਚਰ? ਇਹ ਹੈਗਾ ਸਬਜੈਕਟ ਪਲੱਸ ਹੈਲਪਿੰਗ ਵਰਬ ਅਤੇ ਪਲੱਸ ਆਬਜੈਕਟ। ਠੀਕ ਹੈ ਜੀ, ਅੱਗੇ ਆਪਾਂ ਨੈਕਸਟ ਸਲਾਈਡ ਵੱਲ ਚੱਲਦੇ ਹਾਂ। ਇਹ ਤਾਂ ਗੱਲ ਕੀਤੀ ਜਦੋਂ ਅਸੀਂ ਨੋਨ ਐਕਸ਼ਨ ਵਰਬ ਸਬਜੈਕਟ ਪਲੱਸ ਹੈਲਪਿੰਗ ਵਰਬ ਪਲੱਸ ਆਬਜੈਕਟ ਲਾ ਕੇ ਗੱਲ ਕਰਦੇ ਹਾਂ ਕਿ ਕੋਈ ਵਿਅਕਤੀ ਦੇ ਬਾਰੇ ਜਦੋਂ ਗੱਲ ਕਰਦੇ ਹਾਂ। ਹੁਣ ਕਈ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ ਜਦੋਂ ਨੋਨ ਐਕਸ਼ਨ ਸੈਂਟੈਂਸਿਸ ਯੂਜ਼ ਹੁੰਦੇ ਨੇ ਜਿਨ੍ਹਾਂ ਵਿੱਚ ਕੋਈ ਕੰਮ ਨਹੀਂ ਹੁੰਦਾ, ਪਰ ਨਾ ਉਹਨਾਂ ਵਿੱਚ ਕੋਈ ਕੰਮ ਨਹੀਂ ਹੁੰਦਾ ਜਾਂ ਕਿਸੇ ਦੇ ਬਾਰੇ ਦੱਸਿਆ ਵੀ ਨਹੀਂ ਜਾਂਦਾ, ਪਰ ਉਹਨਾਂ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਚੀਜ਼ 'ਤੇ ਕਿਸੇ ਵਿਅਕਤੀ ਦਾ ਕਿਸੇ ਚੀਜ਼ ਦਾ ਅਧਿਕਾਰ ਹੋਣਾ, ਕਿਸੇ ਚੀਜ਼ ਦਾ ਮਾਲਕ ਹੋਣਾ, ਜਿਹਨੂੰ ਆਪਾਂ ਕਹਿੰਦੇ ਹਾਂ ਮਾਲਕ ਹੋਣਾ ਜਾਂ ਓਨਰ ਹੋਣਾ, ਓਨ ਕਰਨਾ। ਠੀਕ ਹੈ, ਜਾਂ ਓਨਰ ਹੋਣਾ। ਜਿਵੇਂ ਇੱਥੇ ਐਗਜ਼ਾਮਪਲ ਹੈਗਾ ਮੇਰੇ ਕੋਲ ਕਾਰ ਹੈ, ਮੇਰੇ ਕੋਲ ਕਾਰ ਹੈ। ਸੋ ਕੀ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਕੋਈ ਐਕਸ਼ਨ ਹੋ ਰਿਹਾ? ਨਹੀਂ। ਸੋ ਬੇਸਿਕਲੀ ਇੱਕ ਨੋਨ ਐਕਸ਼ਨ ਸੈਂਟੈਂਸ ਹੈ। ਪਰ ਕੀ ਇਹਦੇ ਵਿੱਚ ਕਿਸੇ ਦੇ ਬਾਰੇ ਦੱਸਿਆ ਜਾ ਰਿਹਾ ਹੈ? ਨਹੀਂ। ਇਸ ਵਿੱਚ ਕੀ ਕਿਹਾ ਜਾ ਰਿਹਾ ਹੈ ਕਿ ਮੇਰੇ ਕੋਲ ਕਾਰ ਹੈ, ਕਿਸੇ ਦਾ ਕਿਸੇ ਚੀਜ਼ ਦੇ ਉੱਤੇ ਓਨ ਕਰਨਾ ਜਾਂ ਅਧਿਕਾਰ ਹੋਣਾ। ਸੋ ਮੇਰੇ ਕੋਲ ਕਾਰ ਹੈ ਮਤਲਬ ਮੈਂ ਇੱਕ ਕਾਰ ਦੀ ਮਾਲਕਣ ਹਾਂ। ਸੋ ਇਹ ਵੀ ਇੱਕ ਨੋਨ ਐਕਸ਼ਨ ਸੈਂਟੈਂਸ ਹੈ। ਹੁਣ ਆਪਾਂ ਨੇ ਕੀ ਸਟਰਕਚਰ ਯੂਜ਼ ਕਰਨਾ ਹੈ ਇਹਦੇ ਵਿੱਚ ਆਪਾਂ ਨੇ ਸਬਜੈਕਟ ਯੂਜ਼ ਕਰਨਾ ਹੈ, ਪਰ ਇੱਥੇ ਹੈਲਪਿੰਗ ਵਰਬ, ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇੱਥੇ ਹੈਲਪਿੰਗ ਵਰਬ ਜਿਹੜੀ ਹੈ ਉਹ ਇਜ਼, ਐਮ, ਆਰ, ਵਾਜ਼, ਵਰ ਨੂੰ ਛੱਡ ਕੇ ਇਹਨਾਂ ਵਿੱਚੋਂ ਇੱਕ ਯੂਜ਼ ਹੋਏਗੀ। ਜਦੋਂ ਅਸੀਂ ਕਿਸੇ ਚੀਜ਼ 'ਤੇ ਆਪਣੇ ਅਧਿਕਾਰ ਦੀ ਗੱਲ ਕਰਨੇ ਹਾਂ, ਕੋਈ ਮਾਲਕੀਅਤ ਹੋਣ ਦੀ ਗੱਲ ਦੱਸਦੇ ਹਾਂ, ਅਤੇ ਉਹਨਾਂ ਸੈਂਟੈਂਸਿਸ ਦੇ ਵਿੱਚ ਅਸੀਂ ਜਾਂ ਤਾਂ ਹੈਜ਼ ਜਾਂ ਹੈਵ ਜਾਂ ਹੈਡ ਜਾਂ ਫਿਰ ਵਿਲ ਹੈਵ ਦੀ ਗੱਲ ਕਰਾਂਗੇ। ਇਹ ਡਿਪੈਂਡ ਕਰੇਗਾ ਕਿ ਸਾਡੇ ਸੈਂਟੈਂਸ ਪ੍ਰੈਜੈਂਟ ਦੀ ਗੱਲ ਕਰ ਰਿਹਾ ਹੈ, ਪਾਸਟ ਦੀ ਗੱਲ ਕਰ ਰਿਹਾ ਜਾਂ ਫਿਊਚਰ ਦੀ ਗੱਲ ਕਰ ਰਿਹਾ। ਹੁਣ ਇਹ ਤੋਂ ਹੈ ਤੋਂ ਪਤਾ ਲੱਗ ਗਿਆ ਕਿ ਇਹ ਸਾਡੀ ਪ੍ਰੈਜੈਂਟ ਦੀ ਗੱਲ ਹੈ, ਹੁਣ ਦੀ ਗੱਲ ਹੈ ਕਿ ਮੇਰੇ ਕੋਲ ਗੱਡੀ ਹੈਗੀ ਹੈ। ਸੋ ਇੱਥੇ ਪਰ ਮੇਰੇ ਕੋਲ ਗੱਡੀ ਦਾ ਅਧਿਕਾਰ ਹੈ, ਇਸ ਲਈ ਅਸੀਂ ਆਈ
ਸਬਜੈਕਟ ਹੋ ਗਿਆ। ਮੇਰੇ ਕੋਲ ਮਤਲਬ ਮੈਂ, ਆਈ ਹੈਵ ਏ ਕਾਰ, ਇਹਦੀ ਸੈਂਸ ਇਹ ਆਈ ਹੈਵ ਏ ਕਾਰ, ਮੇਰੇ ਕੋਲ ਇੱਕ ਗੱਡੀ ਹੈ, ਮੇਰੇ ਕੋਲ ਕਾਰ ਹੈ। ਅਗਰ ਤੁਸੀਂ ਕਹੋ ਕਿ ਆਪਾਂ ਇਜ਼ ਐਮ ਆਰ ਹੈਲਪਿੰਗ ਵਰਬ ਲਾ ਕੇ ਦੇਖਦੇ ਹਾਂ। ਓਕੇ, ਆਈ ਸਪੋਜ਼ ਆਈ ਦੇ ਨਾਲ ਐਮ ਲਾਉਂਦੇ ਹਾਂ ਹੈਲਪਿੰਗ ਵਰਬ, ਏ ਕਾਰ। ਹੁਣ ਅਗਰ ਤੁਸੀਂ ਇਹ ਧਿਆਨ ਨਾਲ ਇਹ ਸੈਂਟੈਂਸ ਨੂੰ ਪੜ੍ਹੋ ਤਾਂ ਇਹਦਾ ਅਰਥ ਜਿਹੜਾ ਉਹ ਬੜਾ ਫਨੀ ਨਿਕਲਦਾ ਹੈ ਕਿ ਮੈਂ ਕਾਰ ਹਾਂ। ਠੀਕ ਹੈ, ਇੱਥੇ ਇਹ ਨਹੀਂ ਦੱਸ ਰਹੇ ਕਿ ਮੈਂ ਕੌਣ ਹਾਂ, ਇੱਥੇ ਇਹ ਦੱਸਿਆ ਜਾ ਰਿਹਾ ਕਿ ਮੇਰਾ ਕਿਸੇ ਚੀਜ਼ 'ਤੇ ਅਧਿਕਾਰ ਹੈ ਜਾਂ ਮੈਂ ਕਿਸੇ ਚੀਜ਼ ਨੂੰ ਓਨ ਕਰ ਰਹੀ ਹਾਂ। ਸੋ ਇੱਥੇ ਅਗਰ ਤੁਸੀਂ ਐਮ ਲਾਓਗੇ ਤਾਂ ਇਹ ਤੁਹਾਡਾ ਸੈਂਟੈਂਸ ਗ੍ਰਾਮੈਟੀਕਲੀ ਸੈਂਟੈਂਸ ਸਟਰਕਚਰ ਦੇ ਅਕੋਰਡਿੰਗ ਗਲਤ ਹੋਏਗਾ। ਸੋ ਇਸ ਵਾਸਤੇ ਇਹਨਾਂ ਹੈਲਪਿੰਗ ਵਰਬਸ ਨੂੰ ਹਮੇਸ਼ਾ ਯੂਜ਼ ਕੀਤਾ ਜਾਂਦਾ ਹੈ ਜਦੋਂ ਤੁਸੀਂ ਕਿਸੇ ਚੀਜ਼ 'ਤੇ ਮਾਲਕੀਅਤ ਰੱਖਦੇ ਹੋ, ਕਿਸੇ ਚੀਜ਼ 'ਤੇ ਤੁਹਾਡਾ ਅਧਿਕਾਰ ਹੁੰਦਾ ਹੈ। ਸੋ ਇੱਥੇ ਆਈ ਹੈਵ ਆਏਗਾ, ਆਈ ਹੈਵ, ਕਿਉਂਕਿ ਆਈ ਨਾਲ ਪ੍ਰੈਜ਼ੈਂਟ ਦੇ ਵਿੱਚ ਹਮੇਸ਼ਾ ਹੈਵ ਲੱਗਦਾ ਹੈ। ਆਈ ਹੈਵ ਅ ਕਾਰ, ਆਈ ਹੈਵ ਅ ਕਾਰ। ਸੋ ਇਹ ਹੈਗਾ ਸੀ ਕਿ ਕਈ ਵਾਰੀ ਨੋਨ ਐਕਸ਼ਨ ਸੈਂਟੈਂਸ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਜਦੋਂ ਕਿਸੇ ਚੀਜ਼ 'ਤੇ ਕੋਈ ਮਾਲਕੀਅਤ ਹੁੰਦੀ ਹੈ ਅਤੇ ਉਦੋਂ ਆਪਾਂ ਹੈਲਪਿੰਗ ਵਰਬ ਹੈਜ਼, ਹੈਵ, ਹੈਡ ਜਾਂ ਵਿਲ ਹੈਵ ਨੂੰ ਹੀ ਲਾ ਕੇ ਸੈਂਟੈਂਸ ਬਣਾਉਂਦੇ ਹਾਂ। ਨੈਕਸਟ ਹੈਗਾ ਠੀਕ ਹੈ ਜੀ। ਸੋ ਇਹ ਮੈਂ ਤੁਹਾਨੂੰ ਨੋਨ ਐਕਸ਼ਨ ਸੈਂਟੈਂਸਿਸ ਦੀ ਫੋਰਮੇਸ਼ਨ ਦੱਸੀ ਹੈ, ਪਲੱਸ ਜਿਹੜਾ ਕਾਮਨ ਇੰਗਲਿਸ਼ ਦੇ ਸੈਂਟੈਂਸ ਫੋਰਮੇਸ਼ਨ ਦਾ ਸਟਰਕਚਰ ਹੈ ਉਹਨਾਂ ਬਾਰੇ ਗੱਲ ਕੀਤੀ ਹੈ। ਅੱਜ ਦੀ ਵੀਡੀਓ ਲਈ ਇੰਨਾ ਹੀ ਬਹੁਤ ਹੈ। ਅੱਗੇ ਹੋਰ ਵੀਡੀਓਜ਼ ਲੈ ਕੇ ਆਵਾਂਗੀ ਜਿਹਦੇ ਵਿੱਚ ਕਿ ਤੁਹਾਨੂੰ ਐਕਸ਼ਨ ਵਰਬਸ ਜਿਨ੍ਹਾਂ ਵਿੱਚ ਕਿ ਟੈਂਸਿਸ ਆਉਣਗੇ ਸਾਰੇ, ਉਹਨਾਂ ਦੇ ਬਾਰੇ ਐਕਸਪਲੇਨ ਕਰਾਂਗੀ। ਨਾਲ ਹੀ ਨਾਲ ਤੁਹਾਨੂੰ ਵਰਬਸ, ਅਲੱਗ-ਅਲੱਗ ਤਰ੍ਹਾਂ ਦੀਆਂ ਵਰਬਸ ਜਿਹੜੀਆਂ ਆਪਣੇ ਡੇਲੀ ਲਾਈਫ 'ਚ ਆਪਾਂ ਯੂਜ਼ ਕਰਦੇ ਹਾਂ, ਕਿਉਂਕਿ ਵਰਬਸ ਹੋਣਗੀਆਂ ਅਤੇ ਆਪਾਂ ਨੂੰ ਸ਼ਬਦ ਮਿਲਣਗੇ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਸੈਂਟੈਂਸ ਬਣਾਉਣਾ ਹੈ। ਠੀਕ ਹੈ ਜੀ। ਸੋ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ, ਅਗਰ ਤੁਹਾਨੂੰ ਇਸ ਵੀਡੀਓ ਤੋਂ ਕੋਈ ਇਨਫੋਰਮੇਸ਼ਨ ਮਿਲੀ ਹੈ ਜਾਂ ਤੁਹਾਨੂੰ ਤੁਸੀਂ ਕੁਛ ਲਰਨ ਕੀਤਾ ਹੈ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ ਦੇ ਲਈ ਇੰਨਾ ਹੀ ਬਹੁਤ ਹੈ। ਧੰਨਵਾਦ। ਰੱਬ ਰਾਖਾ।